पंजाब सरकार दे हुकूमत दे फैसले इहो जे नादरशाही जां अलगर्जी भरे है कि पंजाब खेतीबाड़ी डिपार्टमेंट की बजाय पंजाब एग्रो ਜਿਹੜੀ एक साडी ग्रेन एजेंसी है वो जिप्सम खरीद रही है। सितम जरीफी यह है कि 120 नमूने सैंपल्स ਜਿਹੜੇ ਇਹਨਾਂ ਨੇ ਭੇਜੇ ਸੀ ਜਿਨ੍ਹਾਂ ਚੋਂ 70 फेल हो चुके हैं। ਸੁਤੰਤਰ ਐਰੀ ਨੇ ਜਿਹੜੇ डायरैक्टर पंजाब एग्रो ने ਉਹਨਾਂ ਨੇ ਚਿੱਠੀਆਂ ਜਾਰੀ ਕਰਤੀਆਂ पंजाब एग्रीकल्चर डिपार्टमेंट ਦੇ डिस्ट्रिक्ट एग्रीकल्चर ऑफिसर्स ਨੂੰ कि ਜਿੱਥੇ ਜਿੱਥੇ ਤੁਹਾਨੂੰ मैं कहूँगा ਉੱਥੋਂ ਤੋਂ ਤੁਸੀਂ ਸੈਂਪਲਸ ਦੀ ਜਾਂਚ ਕਰਾਉਣੀ ਹੈ। और ਅੱਜ 4 ਮਹੀਨੇ ਬੀਤ ਕੇ ਤੁਸੀਂ 22 ਦੇ 22 ਜ਼ਿਲ੍ਹਾ ਹੈੱਡਕੁਆਟਰਾਂ ਤੇ ਚਲੇ ਜਾਓ, ਤੁਹਾਨੂੰ ਘੱਟੋ ਘੱਟ 8 ਤੋਂ 10 ਜ਼ਿਲ੍ਹੇ ਐਸੇ ਮਿਲਣਗੇ ਜਿੱਥੇ ਹਲੇ ਵੀ ਵੈਂਟੀਲੇਟਰ ਹੈ ਨਹੀਂ ਔਰ ਐਂਬੂਲੈਂਸਿਸ ਦਾ ਹਾਲ ਅਸੀਂ ਦੇਖ ਲਿਆ। ਔਰ ਇਹ ਸਾਰੇ ਅਰਸੇ ਦੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਕਿਤੇ ਲੋਕਾਂ 'ਚ ਨਹੀਂ ਆਏ, ਸਿਰਫ ਵਰਚੁਅਲ ਉਹਨਾਂ ਨੇ ਮੋਬਾਈਲ ਤੇ ਬਹਿ ਕੇ ਜਿਹੜਾ ਹੈਗਾ ਇੱਕ ਫਾਰਮੈਲਿਟੀ ਕੀਤੀ ਹੈ। ਜਿਹੜੇ ਡਿਵੈਲਪਡ ਕੰਟਰੀਜ਼ ਹੈ ਉਹਨਾਂ ਦੀ ਰੀਸ ਕਰਨੀ ਹੈ ਤਾਂ ਉੱਥੇ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਹੈਲਥ ਔਰ ਐਜੂਕੇਸ਼ਨ ਪ੍ਰਾਇਰਟੀਜ਼ ਹੈਗੀਆਂ ਔਰ ਪਹਿਲੇ ਨੰਬਰ ਦੇ ਉੱਪਰ ਇਹ ਫ੍ਰੀ ਨੇ। ਜਿਹੜੇ ਪ੍ਰੋਡਕਟਸ ਹੈ ਉਹ ਕਦੇ ਫ੍ਰੀ ਨਹੀਂ ਹੋਣੇ ਚਾਹੀਦੇ ਕਿ ਤੁਹਾਨੂੰ ਮੋਬਾਈਲ ਦੇ ਦਿਆਂਗੇ, ਤੁਹਾਨੂੰ ਆਟਾ ਦੇ ਦਿਆਂਗੇ, ਤੁਹਾਨੂੰ ਸਕੂਟਰ ਦੇ ਦਿਆਂਗੇ। मौजूदा कांग्रेस सरकार के कार्यकाल दौरान कई घोटाले सामने आए ने। एक नवा घोटाला सामने आ रहा है, जिप्सम घोटाला। द खबरसार चैनल देख रहे सारे ही दर्शकों का स्वागत है। मैं हाँ तुहाडे नाल ठाकुर अमनदीप सिंह। इस घोटाले बारे ते पंजाब दे होर भखते मसलियां बारे गलबात करन दे लई साडे नाल मौजूद ने एक नौजवान वकील एडवोकेट मनजिंदर भुल्लर। सब तो पहला स्वागत करांगे भाजी, स्वागत है द खबरसार ते। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਹਾਡੇ तमाम ਦੇਖਣ ਵਾਲਿਆਂ ਨੂੰ ਠਾਕੁਰ ਸਾਹਿਬ ਜੀ। मैं तुहाड़ियां वीडियोज़ फेसबुक ते फॉलो करदा तुहानूं ते मैं कई वीडियो तुहाड़ियां देखदा। तुसीं तमाम वो भखदे जिहड़े मसले हुंदे ने जिन्हां ते सरकारां बचदियां नहीं बोलण तो, वो तुसीं चुकदे हो। जिप्सम घोटाले बारे पहलां असीं गल करांगे, उस तो बाद होर कई सवाल ने। बतौर पंजाबी, बतौर एक नौजवान तुसीं किवें उन्हां सवालां नूं देखदे हो या किवें उन्हां दे जवाब दोगे वो देखांगे। पहलां जिप्सम घोटाले बारे दर्शकों नूं जाणू करवाओ। ਠਾਕੁਰ ਸਾਹਿਬ, ਇਹ ਫਹਿਰਿਸ਼ਤ ਬਹੁਤ ਲੰਬੀ ਹੈ ਘੁਟਾਲਿਆਂ ਦੀ। ਜਦੋਂ ਤੋਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਬਣੀ ਹੈ ਸੂਬੇ 'ਚ ਕਰੀਬ 3.5 ਸਾਲ ਦਾ ਸਮਾਂ ਹੋ ਗਿਆ। ਔਰ ਜਿਹੜਾ ਇਹਨਾਂ ਨੇ ਸਭ ਤੋਂ ਪਹਿਲਾ ਵਾਅਦਾ ਕੀਤਾ ਸੀ ਗੁਰੂ ਸਾਹਿਬ ਦਾ ਪਵਿੱਤਰ ਮੁਕੱਦਸ ਗੁਟਕਾ ਸਾਹਿਬ ਨੂੰ ਹੱਥ 'ਚ ਫੜ ਕੇ ਕਿ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਿਆਂਗੇ ਔਰ ਫਿਰ ਕਰਜ਼ਾ ਕੁਰਕੀ ਖਤਮ ਕਰਾਂਗੇ, ਮਾਈਨਿੰਗ ਪਾਲਿਸੀ ਨਵੀਂ ਲੈ ਕੇ ਆਵਾਂਗੇ, ਪਾਵਰ ਪਰਚੇਜ਼ ਐਗਰੀਮੈਂਟਸ ਨੂੰ ਰਿਵਿਊ ਕਰਾਂਗੇ, ਵਾਟਰ ਸ਼ੇਅਰਿੰਗ ਐਗਰੀਮੈਂਟਸ ਜਿਹੜੇ ਹੈਗੇ ਆ ਉਹਨਾਂ ਨੂੰ ਟਰਮੀਨੇਟ ਕਰਕੇ SYL ਦੀ ਲੜਾਈ ਲੜਾਂਗੇ। ਔਰ ਚਾਹੇ ਦਲਿਤਾਂ ਕਿਸਾਨਾਂ ਦੀਆਂ ਪੈਨਸ਼ਨਾਂ ਦੇ ਮੁੱਦੇ ਹੋਣ, ਇੱਕ ਵੀ ਜਿਹੜਾ ਵਾਅਦਾ ਵਾ ਉਹ ਸਰਕਾਰ ਨੇ ਵਫਾ ਨਹੀਂ ਕੀਤਾ। ਔਰ ਉਸ ਤੋਂ ਬਾਅਦ ਬਠਿੰਡਾ ਦੇ ਥਰਮਲ ਦੀ ਗੱਲ ਲੈ ਲਓ ਜਾਂ ਹੁਣ ਜਿਹੜਾ ਨਵਾਂ ਜਿਹੜਾ ਤੁਹਾਡਾ ਸਵਾਲ ਹੈ, ਇਹ ਜਿਪਸਮ ਇੱਕ ਤਰ੍ਹਾਂ ਦਾ ਨਿਊਟਰੀਐਂਟ ਹੈਗਾ, ਕੈਲਸ਼ੀਅਮ ਸਲਫੇਟ। ਉਹਦੇ 'ਚ 2 ਤਰ੍ਹਾਂ ਦੇ ਤੱਤ ਹੁੰਦੇ, ਕੈਲਸ਼ੀਅਮ ਔਰ ਸਲਫਰ। ਔਰ ਜਿਹੜੀਆਂ ਬੇਸਿਕਲੀ ਕਲਰ ਵਾਲੀਆਂ ਜਿਹਨੂੰ ਕਾਲਾ ਸ਼ੋਰਾ ਕਹਿ ਦਿੰਦੇ ਨੇ ਜ਼ਮੀਨਾਂ ਮਾਲਵੇ ਦੇ ਵਿੱਚ, ਦੱਖਣੀ ਮਾਲਵਾ ਬੈਲਟ ਦੇ ਵਿੱਚ ਉਹ ਜ਼ਮੀਨਾਂ ਹੈਗੀਆਂ ਜਿੱਥੇ ਉਹਦੀ ਵਰਤੋਂ ਕੀਤੀ ਜਾਂਦੀ ਹੈ। ਔਰ ਇਹ 48 ਕਰੋੜ 40 ਲੱਖ ਰੁਪਏ ਦਾ ਜਿਪਸਮ ਪੰਜਾਬ ਸਰਕਾਰ ਖਰੀਦਣ ਜਾ ਰਹੀ ਸੀ। ਮੈਂ ਇਸ ਕਰਕੇ ਕਹਿ ਰਿਹਾ ਕਿ ਹੱਲੇ ਸਿਰਫ 5 ਕਰੋੜ ਰੁਪਈਆ ਜਿਹੜਾ ਹੈਗਾ ਵਾ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਨੇ ਜਾਰੀ ਕੀਤਾ। ਔਰ ਹੈਰਾਨੀ ਦੀ ਔਰ ਦੁੱਖ ਦੀ ਜਾਂ ਮਾਯੂਸ ਕਰਨ ਵਾਲੀ ਗੱਲ ਇਹ ਹੈ ਕਿ ਪੰਜਾਬ ਸਰਕਾਰ ਦੇ ਹਕੂਮਤ ਦੇ ਫੈਸਲੇ ਇਹੋ ਜਿਹੇ ਨਾਦਰਸ਼ਾਹੀ ਜਾਂ ਅਲਗਰਜੀ ਭਰੇ ਹੈ ਕਿ ਪੰਜਾਬ ਖੇਤੀਬਾੜੀ ਡਿਪਾਰਟਮੈਂਟ ਦੀ ਬਜਾਏ ਪੰਜਾਬ ਐਗਰੋ ਜਿਹੜੀ ਇੱਕ ਸਾਡੀ ਗ੍ਰੇਨ ਏਜੰਸੀ ਹੈ ਉਹ ਜਿਪਸਮ ਖਰੀਦ ਰਹੀ ਹੈ ਔਰ ਪੈਸੇ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਇਹਨਾਂ ਨੂੰ ਇਸ਼ੂ ਕਰ ਰਿਹਾ। ਔਰ ਟੋਟਲ 1,10,000 ਮੈਟ੍ਰਿਕ ਟਨ ਜਿਹੜਾ ਜਿਪਸਮ ਖਰੀਦਣਾ ਸੀਗਾ, ਟੋਟਲ 48 ਕਰੋੜ 40 ਲੱਖ ਰੁਪਏ ਦੀ ਇਹਦੀ ਕੀਮਤ ਬਣਦੀ ਹੈ। ਔਰ ਸਿਤਮ ਜ਼ਰੀਫੀ ਇਹ ਹੈ ਕਿ 120 ਨਮੂਨੇ ਸੈਂਪਲਸ ਜਿਹੜੇ ਇਹਨਾਂ ਨੇ ਭੇਜੇ ਸੀ ਜਿਨ੍ਹਾਂ ਚੋਂ 70 ਫੇਲ ਹੋ ਚੁੱਕੇ ਆ। ਫਿਰੋਜ਼ਪੁਰ ਸਾਡੇ ਡਿਸਟ੍ਰਿਕਟ ਐਗਰੀਕਲਚਰ ਆਫਿਸਰ ਨਾਲ ਮੇਰੀ ਆਪਣੀ ਨਿੱਜੀ ਗੱਲਬਾਤ ਹੋਈ। ਮੈਂ ਉਹਨਾਂ ਨੂੰ ਪੁੱਛਿਆ, ਉਹ ਕਹਿੰਦੇ ਕਿ ਅਸੀਂ 2 ਸੈਂਪਲ ਭੇਜੇ ਸੀ, ਦੋਨੋਂ ਹੀ ਫੇਲ ਹੋ ਗਏ। ਔਰ ਇਹਦੇ 'ਚ ਜਿਹੜੀ ਲੀਸਟ ਟੂ ਲੀਸਟ ਮਾਤਰਾ ਹੈਗੀ ਆ ਉਹਨਾਂ ਨਿਊਟਰੀਐਂਟਸ ਦੀ, ਕੈਲਸ਼ੀਅਮ ਸਲਫੇਟ ਦੀ, ਉਹ ਘੱਟੋ ਘੱਟ 70% ਹੋਣੀ ਚਾਹੀਦੀ ਹੈ। ਔਰ ਜਿਹੜੇ ਇਹ 70 ਨਮੂਨੇ ਫੇਲ ਹੋਏ ਆ ਉਹਨਾਂ 'ਚ ਨੰਬਰ ਆਫ ਸੈਂਪਲਸ ਇਹੋ ਜਿਹੇ ਸੀ ਜਿਹਦੇ 'ਚ ਲੈਸ ਦੈਨ 20% ਨਿਊਟਰੀਐਂਟ ਸੀਗਾ। ਵੀ ਟੋਟਲ ਬੋਗਸ ਮਿੱਟੀ ਜਿਹੜੀ ਹੈਗੀ ਆ ਉਹ ਕਿਸਾਨਾਂ ਨੂੰ ਦੇਣ ਜਾ ਰਹੇ ਆ ਇਹ। ਤੇ ਫਿਰ ਹੁਣ ਉਹ ਜਿਹੜਾ ਬਾਕੀ ਬਚਿਆ, ਤੁਸੀਂ ਕਿਹਾ ਕਿ ਪਹਿਲੇ ਫੇਜ਼ ਦੀ ਹਲੇ ਸਪਲਾਈ ਆਈ ਸੀ ਜਾਂ ਥੋੜਾ ਲਿਆ ਗਿਆ ਹਲੇ, ਤੇ ਹੁਣ ਇਸ ਨੂੰ ਰੋਕਿਆ ਗਿਆ ਹੈ? ਕੋਈ ਇਨਕੁਆਇਰੀ ਹੋ ਰਹੀ ਹੈ ਜਾਂ ਫਿਰ ਨਹੀਂ, ਅੱਖਾਂ ਵਿੱਚ ਘੱਟਾ ਹੀ ਪਾਇਆ ਜਾ ਰਿਹਾ? ਉਹ ਇਸ ਤੋਂ ਵੀ ਉੱਪਰ ਦੀ ਗੱਲ ਹੈ। ਮਤਲਬ ਮੈਂ ਇੱਕ ਗੱਲ ਕਹਿਣਾ ਹੁੰਦਾ ਕਿ ਪਹਿਲਾਂ ਲੋਕ ਸ਼ੇਰ ਬੋਲਦੇ ਸੀ ਕਿ ਹਰ ਸ਼ਾਖ 'ਤੇ ਉੱਲੂ ਬੈਠਾ ਹੈ, ਇੰਜ਼ਾਮੇ ਗੁਲਿਸਤਾਂ ਕਿਆ ਹੋਗਾ। ਹੁਣ ਤਾਂ ਕੋਈ ਸ਼ਾਖ ਬਚੀ ਨਹੀਂ ਜਿਹੜੀ ਇਹਨਾਂ ਉੱਲੂਆਂ ਨੇ ਜਾਂ ਇਹਨਾਂ ਲੋਕਾਂ ਨੇ ਜਿਹੜਾ ਸਾਡੇ ਇਸ ਸਰਬਜ਼ ਖਿੱਤੇ ਨੂੰ ਬੇਜ਼ਾਰ ਜਾਂ ਬਿਲਕੁਲ ਲੋਕਾਂ ਦੇ ਨਾ ਰਹਿਣ ਯੋਗ ਬਣਾਉਣ ਵਾਸਤੇ ਕੋਈ ਇਹਨਾਂ ਨੇ ਕਸਰ ਛੱਡੀ ਹੋਵੇ। ਸੁਤੰਤਰ ਐਰੀ ਨੇ ਜਿਹੜੇ ਡਾਇਰੈਕਟਰ
ਪੰਜਾਬ ਐਗਰੋ ਨੇ, ਉਹਨਾਂ ਨੇ ਚਿੱਠੀਆਂ ਜਾਰੀ ਕਰਤੀਆਂ ਪੰਜਾਬ ਐਗਰੀਕਲਚਰ ਡਿਪਾਰਟਮੈਂਟ ਦੇ ਡਿਸਟ੍ਰਿਕਟ ਐਗਰੀਕਲਚਰ ਆਫਿਸਰਸ ਨੂੰ ਕਿ ਜਿੱਥੇ ਜਿੱਥੇ ਤੁਹਾਨੂੰ ਮੈਂ ਕਹੂੰਗਾ ਉੱਥੋਂ ਤੋਂ ਤੁਸੀਂ ਸੈਂਪਲਸ ਦੀ ਜਾਂਚ ਕਰਾਉਣੀ ਹੈ। ਮਿੰਟੂ ਸੇ ਦੇਖੋ ਇਹ ਕਿਸ ਤਰ੍ਹਾਂ ਦਾ ਕ੍ਰਾਈਟੇਰੀਆ ਹੈ ਕਿ ਮੈਂ ਠਾਕੁਰ ਸਾਹਿਬ ਨੂੰ ਕਹਿ ਰਿਹਾ ਕਿ ਭਾਈ ਇਹ ਫਲਾਂ ਪ੍ਰੋਡਕਟ ਆ, ਇਹਦੀ ਜਿਹੜੀ ਜਾਂਚ ਆ ਤੂੰ ਫਲਾਨੀ ਲੈਬੋਰਟਰੀ ਤੋਂ ਕਰਾਉਣੀ ਹੈ। ਇਟ ਮੀਨਸ ਕਿ ਜਿਹੜੇ ਵੀ XYZ ਬੰਦੇ ਨੇ, ਉਹ 3 ਫਰਮਾਂ ਨੇ, ਇੱਕ ਬੀਕਾਨੇਰ ਦੀ, ਇੱਕ ਸਰਸਾ ਔਰ ਇੱਕ ਇੱਥੋਂ ਲੋਕਲ ਮੋਹਾਲੀ ਦੀ, ਜਿਨ੍ਹਾਂ ਨੇ ਉਹ ਜਿਪਸਮ ਸਪਲਾਈ ਕਰਨਾ ਹੈ। ਔਰ ਉਹਦਾ ਜਿਹੜਾ ਪ੍ਰਤੀ ਟਨ ਪਰ 10 ਕੁਇੰਟਲ ਦਾ ਜਿਹੜਾ ਇਹਨਾਂ ਨੂੰ ਰੇਟ ਪੈਣਾ ਉਹ 1102 ਰੁਪਏ ਸਪਲਾਈ ਰੇਟ ਹੈ, ਔਰ ਉਹਦੇ ਤੇ 1150 ਰੁਪਏ ਇਹਨਾਂ ਨੇ ਟੈਰਿਫ ਚਾਰजेस ਰੱਖੇ ਹੋਏ ਆ, ਜਿਹਦੇ 'ਚ ਤੁਸੀਂ ਭਰਾਈ ਦਾ, ਲੋਡਿੰਗ ਡੀਲੋਡਿੰਗ ਦਾ ਔਰ ਢੋਆ ਢੁਆਈ ਦਾ ਖਰਚਾ ਹੈਗਾ। ਉਹ ਟੋਟਲ 2252 ਰੁਪਏ ਕਾਸਟ ਬਣਦੀ, ਔਰ ਕਿਸਾਨਾਂ ਨੂੰ ਉਹ ਜਿਹੜਾ ਹੈਗਾ 4400 ਰੁਪਏ ਦੇਣਗੇ। ਉਹਦੇ 'ਚ ਉਹ ਅਲੱਗਾ ਗੱਲ ਹੈ ਕਿ ਜਿਹੜਾ 50 ਕਿਲੋ ਦਾ ਥੈਲਾ ਹੈਗਾ ਉਹਦੇ ਤੇ 110 ਰੁਪਏ ਸੈਂਟਰ ਸਰਕਾਰ ਵੱਲੋਂ ਸਬਸਿਡੀ ਹੈਗੀ ਹੈ, ਪਰ ਉਹਦੀ ਬਕਾਇਦਾ ਇਨਕੁਆਇਰੀ ਹੋਣੀ ਚਾਹੀਦੀ ਹੈ। ਔਰ ਕੱਲ੍ਹ ਜਿਹੜੀ ਮੈਂ ਪੋਸਟ ਪਾਈ ਸੀ ਉਹਦੇ ਤੇ ਈਡੀ ਦੇ ਜਿਹੜੇ ਡਾਇਰੈਕਟਰ ਨੇ ਸਰਦਾਰ ਨਰਿੰਜਨ ਸਿੰਘ, ਬੜੇ ਜ਼ਹੀਨ ਵਿਅਕਤੀ ਨੇ ਔਰ ਇਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਉਹਨਾਂ ਦੀ, ਉਹਨਾਂ ਨੇ ਬਕਾਇਦਾ ਲਿਖਿਆ ਸੀ ਕਿ ਇਫ ਇਟ ਇਜ਼ ਸੋ, ਕਿ ਜੇ ਗੱਲ ਇਸ ਤਰ੍ਹਾਂ ਹੀ ਹੈਗੀ ਆ ਤਾਂ ਇਹਦੀ ਬਕਾਇਦਾ ਅਗਰ ਵਿਜੀਲੈਂਸ ਤੋਂ ਜਾਂ ਈਡੀ ਤੋਂ ਜਾਂਚ ਹੋਣੀ ਚਾਹੀਦੀ ਹੈ, ਔਰ ਇਹਨਾਂ ਲੋਕਾਂ ਦੇ ਖਿਲਾਫ ਮੁਕੱਦਮੇ ਦਰਜ ਹੋਣੇ ਚਾਹੀਦੇ ਆ। ਔਰ ਅਗਲੀ ਗੱਲ ਜਿਹੜਾ ਉਹ ਇਹਨਾਂ ਨੇ ਮਟੀਰੀਅਲ ਕਨਫਿਸਕੇਟ ਕੀਤਾ, ਜਿਪਸਮ ਜਿਹੜਾ ਬੋਗਸ ਹੈਗਾ, ਨਿਰੀ ਮਿੱਟੀ ਹੈ, ਉਹ ਜਿਹੜੇ ਡਾਇਰੈਕਟਰ ਪੰਜਾਬ ਐਗਰੋ ਕਹਿ ਰਿਹਾ ਕਿ ਅਸੀਂ ਕਿਸਾਨਾਂ ਨੂੰ ਫ੍ਰੀ ਵੰਡਾਂਗੇ। ਮੀਨ ਟੂ ਸੇ ਜਿਹੜੀ ਚੀਜ਼ ਤੁਹਾਡੇ ਸੈਂਪਲ 'ਚ ਫੇਲ ਹੋ ਗਈ, ਤੁਹਾਡੇ ਮਾਪਦੰਡਾਂ ਦੇ ਉੱਪਰ ਖਰੀ ਨਹੀਂ ਉਤਰ ਰਹੀ, ਉਹ ਤੁਸੀਂ ਫੇਰ ਉਹ ਮਿੱਟੀ ਜਿਹੜੀ ਹੈਗੀ ਕਿਸਾਨਾਂ ਨੂੰ ਫੇਰ ਵੰਡਣ ਜਾ ਰਹੇ ਹੋ ਕਿ ਕੋਈ ਵਾਲੀ ਵਾਰਸ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਕੋਈ ਕੁਐਰੀ ਨਹੀਂ, ਕੋਈ ਇਨਕੁਆਇਰੀ ਨਹੀਂ। ਜੋ ਇਹਨਾਂ ਦਾ ਦਿਲ ਕਰਦਾ ਉਹ ਕਰ ਰਿਹਾ। ਕੈਪਟਨ ਅਮਰਿੰਦਰ ਸਿੰਘ ਦੇ ਨੱਕ ਦੇ ਹੇਠ ਬਿਊਰੋਕ੍ਰੇਸੀ ਜਿਹੜੀ ਹੈਗੀ ਆ ਬੇਲਗਾਮ ਹੋ ਕੇ ਇਸ ਤਰ੍ਹਾਂ ਦੇ ਜਿਹੜੇ ਕਾਰਜ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਵੀ ਅੱਜਕੱਲ੍ਹ ਮੈਂ ਸੁਣਿਆ ਕਿ ਸਾਈਡ 'ਤੇ ਬੈਠੇ ਨੇ ਫਾਰਮ ਹਾਊਸ 'ਤੇ, ਚੰਡੀਗੜ੍ਹ ਤਾਂ ਉਹ ਵੀ ਨਹੀਂ ਹੈਗੇ। ਕੈਪਟਨ ਅਮਰਿੰਦਰ ਸਿੰਘ ਐਸੇ ਮੈਂ ਛੋਟਾ ਮੂੰਹ ਵੱਡੀ ਗੱਲ ਕਿ ਨਾ ਅਹਿਲ ਮੁੱਖ ਮੰਤਰੀ ਸਾਬਤ ਹੋਇਆ ਕਿ ਮੁੱਦਤੇ ਮਦੀਦ ਤੋਂ ਪਿਛਲੇ 10 ਸਾਲਾਂ ਤੋਂ ਲੋਕਾਂ ਨੂੰ ਉਮੀਦ ਸੀਗੀ, ਕਿਉਂਕਿ ਪਿਛਲਾ ਸ਼ਾਸਨ ਇਹਨਾਂ ਦਾ ਕਾਫੀ ਸ਼ਲਾਘਾਯੋਗ ਰਿਹਾ ਸੀ, ਚਾਹੇ ਉਹ ਲਾਅ ਐਂਡ ਆਰਡਰ ਦੀ ਮੇਨਟੇਨੈਂਸ ਨੂੰ ਲੈ ਕੇ ਜਾਂ ਹੋਰ ਤਮਾਮ ਕਰਪਸ਼ਨ ਫਰੀ ਰਜੀਮ ਦੇ ਤੌਰ ਤੇ ਜਾਣਿਆ ਜਾਂਦਾ ਸੀਗਾ। ਪਰ ਹੁਣ 3.5 ਸਾਲਾਂ ਦੇ ਦਰਮਿਆਨ, ਔਰ ਅਗਰ ਤੁਸੀਂ ਆ ਕੋਵਿਡ ਦੇ 3 ਮਹੀਨੇ ਲਾ ਲਓ, ਤਾਂ ਮੁੱਖ ਮੰਤਰੀ ਰਾਜਾ ਕੌਣ ਹੁੰਦਾ, ਉਹਦੀ ਜਿਹੜੀ ਰਈਅਤ ਆ, ਉਹਦੀ ਜਿਹੜੀ ਪ੍ਰਜਾ ਆ, ਉਹਦਾ ਹਾਲਾਤ ਘੱਟੋ ਘੱਟ ਉਹਨੂੰ ਪਤਾ ਹੋਣ। ਔਰ ਇਸ 3.5 ਮਹੀਨੇ ਦੇ ਅਰਸੇ ਦੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਕਿਤੇ ਨਹੀਂ ਪਹੁੰਚੇ। ਸਾਡੇ ਸੈਨਿਕ ਸ਼ਹੀਦ ਹੋ ਗਏ, ਉਹਨਾਂ ਨੂੰ ਵਰਚੁਅਲ ਸ਼ਰਧਾਂਜਲੀ ਇੱਥੇ ਉਹਨਾਂ ਦੇ ਜਿਹੜੀਆਂ ਡੈੱਡ ਬੋਡੀਜ਼ ਸੀਗੀਆਂ ਉਹਨਾਂ ਦੇ ਬਾਕਸਿਸ ਰੱਖ ਕੇ ਦੂਰੋਂ ਸੈਲਿਊਟ ਕਰਕੇ ਜਿਹੜਾ ਹੈਗਾ ਇਹਨਾਂ ਨੇ ਬੁੱਤਾ ਸਾਰਤਾ। ਉੱਥੇ ਉਹਨਾਂ ਦੇ ਪਿੰਡ ਜਾ ਕੇ ਉਹਨਾਂ ਦੇ ਕੋਈ ਮਾਪਿਆਂ ਦਾ ਦੁੱਖ ਨਹੀਂ ਵੰਡਾਇਆ, ਔਰ ਨਾ ਹੀ ਕਿਤੇ ਜਾ ਕੇ ਪਹਿਲੇ ਦਿਨ ਜਦੋਂ 22 ਮਾਰਚ ਨੂੰ ਜਿਹੜਾ ਲੋਕਡਾਊਨ ਹੁੰਦਾ, ਕੈਪਟਨ ਅਮਰਿੰਦਰ ਸਿੰਘ ਦੀ ਇੱਕ ਸਟੇਟਮੈਂਟ ਆਉਂਦੀ ਹੈ ਕਿ ਘੱਟੋ ਘੱਟ ਜਿਹੜੇ ਹੈਗੇ ਆ, ਅਗਰ ਮੈਂ ਗਲਤ ਨਹੀਂ ਤਾਂ 23 ਵੈਂਟੀਲੇਟਰਸ ਜਿਹੜੇ ਹੈਗੇ ਇੱਕ ਜ਼ਿਲ੍ਹਾ ਹੈੱਡਕੁਆਟਰ ਤੇ ਚਾਹੀਦੇ ਆ, ਔਰ ਨੰਬਰ ਆਫ ਇੱਕ ਸਪੈਸੀਫਿਕ ਨੰਬਰ ਇਹਨਾਂ ਨੇ ਦਿੱਤਾ ਸੀਗਾ ਜਿਹੜਾ PP ਕਿਟਸ ਹੋਣਗੀਆਂ। ਔਰ ਅੱਜ 4 ਮਹੀਨੇ ਬੀਤ ਕੇ ਤੁਸੀਂ 22 ਦੇ 22 ਜ਼ਿਲ੍ਹਾ ਹੈੱਡਕੁਆਟਰਾਂ ਤੇ ਚਲੇ ਜਾਓ, ਤੁਹਾਨੂੰ ਘੱਟੋ ਘੱਟ 8 ਤੋਂ 10 ਜ਼ਿਲ੍ਹੇ ਐਸੇ ਮਿਲਣਗੇ ਜਿੱਥੇ ਹਲੇ ਵੀ ਵੈਂਟੀਲੇਟਰ ਹੈ ਨਹੀਂ। ਔਰ ਐਂਬੂਲੈਂਸਿਸ ਦਾ ਹਾਲ ਅਸੀਂ ਦੇਖ ਲਿਆ। ਔਰ ਇਹ ਸਾਰੇ ਅਰਸੇ ਦੇ ਦਰਮਿਆਨ ਕੈਪਟਨ ਅਮਰਿੰਦਰ ਸਿੰਘ ਕਿਤੇ ਲੋਕਾਂ 'ਚ ਨਹੀਂ ਆਏ, ਸਿਰਫ ਵਰਚੁਅਲ ਉਹਨਾਂ ਨੇ ਮੋਬਾਈਲ ਤੇ ਬਹਿ ਕੇ ਜਿਹੜਾ ਹੈਗਾ ਇੱਕ ਫਾਰਮੈਲਿਟੀ ਕੀਤੀ ਹੈ। ਤੇ ਤੁਸੀਂ ਗੁਟਕਾ ਸਾਹਿਬ ਦੀ ਗੱਲ ਕੀਤੀ ਜਦੋਂ ਸਹੁੰ ਚੁੱਕੀ ਸੀ ਕੈਪਟਨ ਅਮਰਿੰਦਰ ਸਿੰਘ ਨੇ 2017-14 ਤੋਂ ਪਹਿਲਾਂ, ਤੇ ਤੁਹਾਨੂੰ ਕੋਈ ਫ੍ਰੀ ਵਾਲਾ ਮੋਬਾਈਲ ਮਿਲਿਆ? ਮੈਂ ਉਦੋਂ ਇਹ ਵੀ ਸੁਣਿਆ ਸੀ ਫ੍ਰੀ ਮੋਬਾਈਲ ਦਿੱਤੇ ਜਾਣੇ ਨੇ, ਸਮਾਰਟਫੋਨ। ਪਹਿਲੀ ਗੱਲ ਤਾਂ ਇਹ ਹੈ, ਇਹ ਜਿਹੜੇ ਇੰਤਖਾਬੀ ਮਾਹਰੀਨ ਨੇ ਇਹਨਾਂ ਨੂੰ ਕਿਹਾ ਜਾਂਦਾ, ਜਿਵੇਂ ਪ੍ਰਸ਼ਾਂਤ ਕਿਸ਼ੋਰ ਜੀ ਜਿਹਨੇ ਡਾਇਨਾਮਿਕ ਪੋਲਿਟਿਕਸ ਦੇ ਐਕਸਪਰਟ ਜਿਹੜੇ ਹੈਗੇ ਆ, ਕਿ ਅਗਰ ਇਹਨਾਂ ਨੇ ਆ ਕੇ ਤੁਹਾਡੀਆਂ ਇਲੈਕਸ਼ਨ ਦੀਆਂ ਪਾਲਿਸੀਜ਼ ਡਰਾਫਟ ਕਰਨੀਆਂ, ਇਹਨਾਂ ਨੇ ਤੁਹਾਨੂੰ ਗਾਈਡ ਕਰਨਾ, ਤਾਂ ਫਿਰ ਜਿਹੜੀ ਸਾਡੀ ਜਮਹੂਰੀਅਤ ਹੈ, ਲੋਕਤੰਤਰ, ਪ੍ਰਜਾਤੰਤਰ, ਡੈਮੋਕ੍ਰੇਸੀ, ਜਾਂ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਗਵਰਨਮੈਂਟ ਆਫ ਦਾ ਪੀਪਲ, ਬਾਏ ਦਾ ਪੀਪਲ, ਫॉर ਦਾ ਪੀਪਲ, ਉਹ ਤਾਂ ਬਿਲਕੁਲ ਦੈਟ ਇਜ਼ ਟੋਟਲੀ ਮੀਨਿੰਗਲੈਸ। ਤੁਹਾਨੂੰ ਕਿਤੇ ਨਾ ਲੋਕਾਂ 'ਚ ਜਾਣ ਦੀ ਲੋੜ ਹੈ, ਨਾ ਕਿਸੇ ਦਾ ਕੰਮ ਕਰਨ ਦੀ ਲੋੜ ਹੈ। ਤੁਸੀਂ ਇਸ ਤਰ੍ਹਾਂ ਦਾ ਕੋਈ ਪੋਲੀਟੀਕਲ ਡਾਇਨਾਮਿਕਸ ਦਾ ਜਿਹੜਾ ਐਕਸਪਰਟ ਹੈ ਉਹਨੂੰ ਲਿਆਓ, ਐਂਡ ਹੀ ਵਿਲ ਮੈਨੀਪੂਲੇਟ ਆਲ ਦਾ ਥਿੰਗਸ। ਮੈਂ ਤਾਂ ਨਿੱਜੀ ਤੌਰ ਦੇ ਉੱਤੇ ਪਹਿਲੇ ਦਿਨ ਤੋਂ ਹੀ ਇਸ ਜਿਹੜਾ ਇਹਨਾਂ ਨੇ ਵਾਅਦਾ ਕੀਤਾ ਸੀ ਉਹਦੇ ਖਿਲਾਫ ਹਾਂ ਕਿ ਮੋਬਾਈਲ, ਲੈਪਟਾਪਸ, ਮੇਰਾ ਇਹ ਮੰਨਣਾ ਵਾ ਕਿ ਕੋਈ ਵੀ ਚੀਜ਼ ਨਿੱਜੀ ਤੌਰ ਤੇ ਪਰਸਨਲੀ ਜਿਹੜਾ ਮੇਰਾ ਆਪਣਾ ਇੰਡੀਵਿਜੂਅਲ ਵਿਊ ਪੁਆਇੰਟ ਹੈ ਕਿ ਕੁਝ ਵੀ ਫ੍ਰੀ ਨਹੀਂ ਹੋਣਾ ਚਾਹੀਦਾ। ਫ੍ਰੀ 'ਚ 2 ਤਰ੍ਹਾਂ ਦੀਆਂ ਚੀਜ਼ਾਂ ਮਿਲਦੀਆਂ, ਜਾਂ ਉਹ ਜਿਹਦੀ ਕੋਈ ਕੀਮਤ ਨਹੀਂ ਹੁੰਦੀ, ਜਾਂ ਉਹ ਜਿਹਦੀ ਕੋਈ ਕੀਮਤ ਤਾਰ ਨਹੀਂ ਸਕਦਾ ਕਿ ਇਹਦੀ ਅਸੀਂ ਕੀਮਤ ਦੇ ਹੀ ਨਹੀਂ ਸਕਦੇ। ਉਹ ਦੂਜੀ ਕਿਸਮ ਦੀ ਸ਼ਾਇਦ ਇਹ ਪ੍ਰੋਵਾਈਡ ਕਰਾ ਨਹੀਂ ਸਕਦੇ। ਔਰ ਜਿਹੜੀਆਂ ਚੀਜ਼ਾਂ ਸਾਨੂੰ ਫ੍ਰੀ ਮਿਲਦੀਆਂ ਉਹਨਾਂ ਦੀ ਸਾਨੂੰ ਐਕਚੁਅਲ ਦੇ ਵਿੱਚ ਬਹੁਤ ਵੱਡੀ ਕੀਮਤ ਤਾਰਨੀ ਪੈਂਦੀ ਹੈ। ਸੋ ਜਿਹੜਾ ਮੋਬਾਈਲਸ ਦਾ ਇਹਨਾਂ ਨੇ 100 ਕਰੋੜ ਰੁਪਈਆ ਰੱਖਿਆ ਸੀਗਾ, ਔਰ ਗਵਰਨਮੈਂਟ ਜਿਹੜੀ ਹੈਗੀ ਹੈ ਬਿਲਕੁਲ ਹੁਣ ਜਾਣ ਦੇ ਮੁਹਾਜ਼ ਤੇ ਆ ਗਈ ਹੈ। ਸਿਰਫ ਆਹ 6 ਮਹੀਨੇ ਆ, ਉਸ ਤੋਂ ਬਾਅਦ ਲਾਸਟ 6 ਮੰਥਸ ਜਿਹੜੇ ਹੈਗੇ ਆ ਕੋਰਟ ਦੇ ਦਰਮਿਆਨ ਸਾਰਾ ਕੰਮ ਰੁਕ ਜਾਣਾ। ਔਰ ਜਿਹੜਾ ਇਹ 6 ਮਹੀਨੇ ਦਾ ਅਰਸਾ ਹੈਗਾ
ਉਹ ਵੀ ਇਹ ਹੁਣ ਸਰਕਾਰ ਦੇ ਵਾਸਤੇ ਜਿਹੜਾ ਕਰੋਨਾ ਕੋਵਿਡ ਆ ਜਾਂ ਜਿਹੜਾ ਲੋਕਡਾਊਨ ਆ ਉਹ ਇੱਕ ਦੇਸੀ ਘਿਓ ਵਾਂਗੂ ਇਹਨਾਂ ਨੂੰ ਮਿਲਿਆ ਹੋਇਆ ਕਿ ਜਿੱਥੇ ਕੋਈ ਵੀ ਨੁਕਤਾਚੀਨੀ ਹੁੰਦੀ ਆ, ਕੋਈ ਬੰਦਾ ਤੁਹਾਨੂੰ ਕਿਸੇ ਚੀਜ਼ ਨੂੰ ਆਬਜੈਕਟ ਕਰਦਾ ਤਾਂ ਉਹਨੂੰ ਕਹੋ ਜੀ ਤੁਹਾਡੇ ਤੇ CRPC 188 ਦਾ ਪਰਚਾ ਦੇ ਦਿਆਂਗੇ ਤੇ ਲੋਕ ਚੁੱਪ ਨੇ। ਅਦਰਵਾਈਜ਼ ਜਿਹੜਾ ਹੈਗਾ ਟੋਟਲੀ ਨਾਕਸ ਐਂਡ ਫੇਲੀਅਰ ਆਫ ਦਾ ਗਵਰਨਮੈਂਟ ਜਿਹੜਾ ਹੁਣ ਤੱਕ ਦਾ ਸਾਰਾ ਇਹਨਾਂ ਦਾ ਕਾਰਜਕਾਲ ਰਿਹਾ, ਔਰ ਮੋਬਾਈਲ ਫੋਨ ਨਾ ਹੀ ਮਿਲੇ ਨਾ ਹੀ ਮਿਲਣ ਦੀ ਉਮੀਦ ਹੈ ਆਉਣ ਵਾਲੇ ਸਮੇਂ ਤੇ ਘਰ ਘਰ ਰੁਜ਼ਗਾਰ ਫਿਰ ਇਹਨਾਂ ਨੇ ਦਿੱਤਾ ਹੀ ਹੈ ਜੀ। ਮੈਡਮ ਵਿਨੀ ਮਹਾਜਨ ਨੂੰ ਚੀਫ ਸੈਕਟਰੀ ਲਾ ਕੇ ਉਹਨਾਂ ਦੇ ਹਸਬੈਂਡ ਡਾਇਰੈਕਟਰ ਜਨਰਲ ਪੁਲਿਸ ਨੇ, ਔਰ ਉਸ ਤੋਂ ਪਹਿਲਾਂ ਸਰਦਾਰ ਰਮਨੀਤ ਸਿੰਘ ਬਿੱਟੂ ਮੈਂਬਰ ਪਾਰਲੀਮੈਂਟ ਲੁਧਿਆਣਾ ਤੋਂ ਉਹਨਾਂ ਦੇ ਭਾਈਜਾਨ ਨੂੰ ਜਿਹੜਾ ਹੈਗਾ ਇਹਨਾਂ ਨੇ ਬਕਾਇਦਾ ਡਿਪਟੀ ਸੁਪਰਡੈਂਟ ਪੁਲਿਸ ਲਾਇਆ ਹੋਇਆ। ਔਰ ਜਿਹੜੇ ਆਮ ਪਿੰਡਾਂ 'ਚੋਂ ਬੱਚੇ ਉੱਠਦੇ ਆ, ਜਿਵੇਂ ਉਹ ਨੂਰ ਛੋਟਾ ਬੱਚਾ ਟਿਕਟੋਕ ਵਾਲਾ, ਅਸੀਂ ਉਹਦੇ ਖਿਲਾਫ ਨਹੀਂ ਹੈ, ਪਰ ਇੱਕ ਪਾਸੇ ਤੁਹਾਡੇ ਮਾਸਟਰ ਡਿਗਰੀਆਂ ਵਾਲੇ UGC ਨੈਟ ਕੁਆਲੀਫਾਈਡ ਜਿਹੜਾ ਹੈਗਾ SRF JRF ਕੁਆਲੀਫਾਈਡ ਬੰਦੇ ਉਹ ਬੇਰੁਜ਼ਗਾਰ ਤੁਰੇ ਫਿਰਦੇ ਆ, ਔਰ ਜਿਹੜੇ ਟੈਰਰਿਸਟ ਅਫੈਕਟਡ ਵਿਕਟਮ ਫੈਮਲੀਜ਼ ਆ, ਫਰੀडम ਫਾਈਟਰਸ ਦੀਆਂ ਫੈਮਲੀਜ਼ ਆ, ਔਰ ਜਿਹੜੇ ਹੁਣ ਸ਼ਹੀਦ ਸੈਨਿਕ ਹੋਇਆ ਉਹਨਾਂ ਦੀਆਂ ਪਰਿਵਾਰਾਂ ਦੀਆਂ ਤੁਸੀਂ ਵੀ ਇੰਟਰਵਿਊਜ਼ ਕੀਤੀਆਂ ਕਿ ਉਹ ਕਹਿੰਦੇ ਸਾਨੂੰ ਧੱਕੇ ਮਾਰ ਕੇ ਉੱਥੋਂ ਸਾਡੀ ਕਿਸੇ ਨੇ ਸੁਣਵਾਈ ਨਹੀਂ ਕੀਤੀ, ਕਿ ਸਿਰਫ ਭੋਗ ਤੱਕ ਤੁਸੀਂ ਜਿਹੜਾ ਹੈਗਾ ਇਹਨਾਂ ਚੀਜ਼ਾਂ ਨੂੰ ਰੋਮਾਂਟੀਸਾਈਜ਼ ਕਰਕੇ ਇੱਕ ਔਰਨਾਮੈਂਟਲ ਢੰਗ ਦੇ ਨਾਲ ਮੀਡੀਆ ਦੇ ਵਿੱਚ ਆ ਜਾਂਦੇ ਹੋ ਕਿ ਹਾਂਜੀ ਇਹ ਸਾਡੀ ਜਿਹੜੀ ਧਰੋਹਰ ਹੈਗੇ ਆ, ਪਰ ਐਕਚੁਅਲ ਦੇ ਵਿੱਚ ਉਹਨਾਂ ਨੂੰ ਕੋਈ ਨਹੀਂ ਪੁੱਛ ਰਿਹਾ। ਔਰ ਉਸ ਜਿਹੜੀ ਮਤਲਬ ਜਿਹੜੀ ਚੀਜ਼ ਇਹਨਾਂ ਦੇ ਫੇਵਰ ਦੇ ਵਿੱਚ ਮੀਡੀਆ ਦੇ ਵਿੱਚ ਜਿਹਨੂੰ ਰੋਮਾਂਟੀਸਾਈਜ਼ ਕਰ ਸਕਦੇ ਆ, ਉਸ ਛੋਟੇ ਬੱਚੇ ਦੇ ਫਾਦਰ ਦੀ ਕੀ ਕੰਟਰੀਬਿਊਸ਼ਨ ਹੈ ਸੋਸਾਇਟੀ ਨੂੰ। ਮੈਂ ਹੈਰਾਨ ਆ ਇਸ ਗੱਲ ਦੇ ਉੱਪਰ ਕਿ ਉਹਨੂੰ ਸਰਦਾਰ ਹਰਮਨਵੀਰ ਸਿੰਘ ਗਿੱਲ SSP ਮੋਗਾ ਉਹਨਾਂ ਨੇ ਸਪੈਸ਼ਲ ਜਾ ਕੇ ਕਿਹਾ ਕਿ ਭਾਈ ਤੁਹਾਨੂੰ ਵੀ ਨੌਕਰੀ ਦਿੱਤੀ ਜਾਊਗੀ। ਫਿਰ ਬਾਦਲ ਸਾਹਿਬ ਦੀ ਸਰਕਾਰ 'ਚ ਤੇ ਤੁਹਾਡੇ 'ਚ ਫਰਕ ਹੀ ਰਹਿ ਗਿਆ। ਬਾਦਲ ਸਾਹਿਬ ਨੇ ਜੇ ਕਹਿੰਦੇ ਸੀ, ਭਗਵੰਤ ਮਾਨ ਕਹਿੰਦੇ ਹੁੰਦੇ ਆ ਕਿ ਭੈਣਾਂ ਨਾਲ ਬਲਾਤਕਾਰ ਕਰਾਉਣੇ ਪੈਣਗੇ ਔਰ ਪਿਓ ਮਰਵਾਉਣੇ ਪੈਣਗੇ, ਕਿ ਜਿਹੜਾ ਉਹ ਇੱਕ ASI ਸੀਗਾ ਅੰਮ੍ਰਿਤਸਰ ਯੂਥ ਅਕਾਲੀ ਦਲ ਦਾ ਮੁੰਡਾ, ਮੈਨੂੰ ਆਈ ਫੋਰਗੋਟ ਹਿਜ਼ ਨੇਮ, ਜਿਹਨੇ ਉਹਦਾ ਮਰਡਰ ਕਰਤਾ ਸੀ ਦਿਨ ਦਿਹਾੜੇ ਗੋਲੀਆਂ ਮਾਰ ਕੇ, ਉਹ ਉਹਦੀ ਲੜਕੀ ਨੂੰ ਛੇੜਦਾ ਸੀਗਾ, ਉਹਨੇ ਰੋਕਿਆ ਔਰ ਉਸ ਵਿਅਕਤੀ ਨੇ ਉਹਦਾ ਕਤਲ ਕਰ ਦਿੱਤਾ। ਜਾਂ ਉਹਨੂੰ ਇਹਨਾਂ ਕਿਹਾ ਸੀ ਨੌਕਰੀ ਦਿਆਂਗੇ, ਜਾਂ ਸਰਬਜੀਤ ਜਿਹੜਾ ਸਪਾਈ ਸੀਗਾ ਉਹਦੀ ਬੇਟੀ ਨੂੰ ਤਹਿਸੀਲਦਾਰ ਲਾਇਆ ਗਿਆ, ਜਾਂ ਹੋਰ ਇਸ ਤਰ੍ਹਾਂ ਦੇ ਮਸਲੇ ਕਿ ਜਿੱਥੇ ਲੋਕ ਵਿਕਟਮਾਈਜ਼ ਹੋਏ ਆ ਐਟਰੋਸਿਟੀਜ਼ ਦਾ। ਤਾਂ ਇਹ ਕਹਿੰਦੇ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੇ ਸ਼ਗੂਫੇ ਛੱਡਦੇ ਆ ਉਹਨਾਂ ਨੂੰ ਅਸੀਂ ਨੌਕਰੀਆਂ ਦੇ ਦਿਆਂਗੇ, ਔਰ ਜਿਹੜੇ ਕਾਬਿਲ ਲੋਕ ਆ, ਕੁਆਲੀਫਾਈਡ ਐਲੀਜੀਬਲ ਤੁਹਾਡਾ ਯੂਥ ਹੈਗਾ, ਉਹ ਸੜਕਾਂ ਦੇ ਉੱਪਰ ਕੋਈ ਟਾਵਰਾਂ ਤੇ ਚੜ੍ਹ ਰਿਹਾ, ਕੋਈ ਹਸਪੀਟਲ ਦੀਆਂ ਛੱਤਾਂ ਤੋਂ। ਪਿੱਛੇ ਇੱਕ ਸਾਡੀ ਭੈਣ ਬੇਰੁਜ਼ਗਾਰ ਨਰਸ ਸੀਗੀ, ਉਹਨਾਂ ਨੇ ਛਾਲਾਂ ਮਾਰਤੀਆਂ, ਔਰ ਕਰੋਨਾ ਕਾਲ ਦੇ ਦਰਮਿਆਨ ਜਿਹੜਾ ਸਟਾਫ ਨਰਸਿਸ ਹੈਗੀਆਂ ਦੇਖਿਆ ਕਿ ਉਹ ਤਰਾ ਕਰ ਰਹੀਆਂ ਵਾ। ਅੰਮ੍ਰਿਤਸਰ ਤੋਂ ਮਨਦੀਪ ਸਿੰਘ ਮੰਨਾ ਨੇ ਇੱਕ ਦਿਨ ਜਿਹੜਾ ਹੈਗਾ ਬਕਾਇਦਾ ਉੱਥੇ ਲਾਈਵ ਕੀਤਾ ਸੀਗਾ ਗੁਰੂ ਨਾਨਕ ਮਿਸ਼ਨ ਹਸਪੀਟਲ ਔਰ ਗਵਰਨਮੈਂਟ ਹਸਪੀਟਲ ਤੋਂ। ਡਾਕਟਰ ਹਰਸ਼ਿੰਦਰ ਕੌਰ ਨੇ ਇੱਥੇ ਇੱਕ ਦਿਨ ਵਾਰਤਾ ਕੀਤੀ ਸੀਗੀ ਕਿ ਸਾਨੂੰ ਹਲੇ ਤੱਕ ਇਕਵਿਪਮੈਂਟ ਨਹੀਂ ਮਿਲਿਆ, ਇਹ ਹੁਣ 4 ਮਹੀਨੇ ਹੋ ਗਏ, ਹੁਣ ਤਾਂ ਅਸੀਂ ਕਮਿਊਨਿਟੀ ਸਪਰੈਡ ਫੇਸ 'ਚ ਦਾਖਲ ਹੋਣ ਵਾਲੇ ਔਰ ਕਰੋਨਾ ਖਤਮ ਹੋਣ ਦੀ ਕਗਾਰ 'ਤੇ ਆ, ਔਰ ਸਾਥੋਂ ਹਲੇ ਤੱਕ ਵੀ ਜਿਹੜਾ ਹੈਗਾ ਜ਼ਰੂਰੀ ਵਸਤਾਂ ਜਿਹੜੀਆਂ ਹੈਗੀਆਂ ਮੁਹੱਈਆ ਨਹੀਂ ਕਰਵਾਈਆਂ ਗਈਆਂ। ਫਿਰ ਜੋ ਦਾਅਵੇ ਹੁੰਦੇ ਨੇ ਉਹ ਸਿਰਫ ਗੱਲਾਂ ਦੇ ਵਿੱਚ ਹੀ ਨੇ। ਬਿਲਕੁਲ ਇਹ ਖੋਖਲੇ ਦਾਅਵਿਆਂ ਦੀ ਸਰਕਾਰ ਹੈ, ਸਿਰਫ ਬੋਗਸ ਔਰ ਜਿਹੜੇ ਇਨਫਰਟਾਈਲ ਪ੍ਰੋਮਿਸਿਸ ਇਹਨਾਂ ਨੂੰ ਕਵਾਂਗੇ, ਜਿਨ੍ਹਾਂ ਦੇ ਵਿੱਚੋਂ ਕੱਢਣ ਪਾਉਣ ਨੂੰ ਕੁਝ ਨਹੀਂ ਹੈਗਾ। ਸਰਦਾਰ ਮਨਪ੍ਰੀਤ ਸਿੰਘ ਬਾਦਲ ਤੁਸੀਂ ਦੇਖੋ, ਜਿਨ੍ਹਾਂ ਨੂੰ ਬੜਾ ਜ਼ਹੀਨ ਲੋਕ ਮੰਨਦੇ ਆ ਕਿ ਉਹ ਹਮੇਸ਼ਾ ਦੂਜਿਆਂ ਤੇ ਇਹ ਜਿਹੜਾ ਉਜਰ ਕਰਦੇ ਇਸ ਗੱਲ ਦਾ ਕਿ ਫਲਾਨਾ ਬਹੁਤ ਤਕੱਬਰ ਨਾਲ ਭਰਿਆ ਹੋਇਆ, ਅਹੰਕਾਰ ਹੈ ਉਹਦੇ ਵਿੱਚ, ਔਰ ਮੈਂ ਬੜਾ ਡਾਊਨ ਟੂ ਅਰਥ ਹਾਂ। ਉਹਨਾਂ ਨੇ ਔਰ ਰੀਸੈਂਟਲੀ ਅੱਜ ਚਰਨਜੀਤ ਭੁੱਲਰ ਹੋਰਾਂ ਨੇ ਫਿਰ ਦੁਬਾਰਾ ਸਟੋਰੀ ਕੀਤੀ ਹੈ ਕਿ ਸਰਦਾਰ ਮਨਪ੍ਰੀਤ ਸਿੰਘ ਬਾਦਲ ਦੀਆਂ ਰਿਕਮੈਂਡੇਸ਼ਨ ਦੇ ਉੱਪਰ ਉਹ ਲੈਟਰ ਉਹ ਔਨ ਦਾ ਫੇਸ ਆਫ ਰਿਕਾਰਡ ਆ, ਉਹਦੇ ਤੋਂ ਹੁਣ ਖਜ਼ਾਨਾ ਮੰਤਰੀ ਜਿਹੜੇ ਖਜ਼ਾਨੇ ਦੇ ਵਜ਼ੀਰ ਆ ਮੁੱਕਰ ਨਹੀਂ ਸਕਦੇ ਕਿ ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਕਿ ਜਿਹੜੀ ਬਠਿੰਡੇ ਦੇ ਥਰਮਲ ਦੀ ਜ਼ਮੀਨ ਹੈ ਉਹ ਪੁੱਡਾ ਨੂੰ ਜਿਹੜਾ ਹੈਗੀ ਦੇ ਦਿੱਤੀ ਜਾਵੇ ਰਿਹਾਇਸ਼ੀ ਕਲੋਨੀਆਂ ਵਾਸਤੇ, ਜਦ ਕਿ ਬਾਅਦ 'ਚ ਉਹਦੇ ਤੋਂ ਯੂਟਰਨ ਲੈ ਕੇ ਹੁਣ ਕਹਿ ਰਿਹਾ ਕਿ ਉੱਥੇ ਫਾਰਮਾਸਿਊਟੀਕਲ ਪਾਰਕ ਬਣਨਾ ਚਾਹੀਦਾ। ਔਰ ਅੱਜ ਕੇਂਦਰ ਸਰਕਾਰ ਨੇ ਕਹਿ ਦਿੱਤਾ, ਮੇਰੇ ਕੋਲੇ ਲਗਭਗ 6 ਮਹੀਨੇ ਪਹਿਲਾਂ ਇਹ ਰਿਪੋਰਟ ਆ ਗਈ ਸੀ ਕਿ ਜਿਹੜਾ ਪਾਵਰਕੌਮ ਦੀ ਬੋਰਡ ਆਫ ਡਾਇਰੈਕਟਰਸ ਹੈਗਾ, ਉਹਨਾਂ ਨੇ ਕਿਹਾ ਕਿ 2 ਸਾਡੇ ਯੂਨਿਟ ਆ ਜਿਨ੍ਹਾਂ ਦੀ ਮਾਨਤਾ ਜਿਹੜੀ ਹੈਗੀ ਆ ਜਾਂ ਜਿਨ੍ਹਾਂ ਦੀ ਮਿਆਦ 2030 ਤੱਕ ਹੈ, ਜਿਹਦੇ ਉੱਪਰ ਕੋਈ 600-700 ਕਰੋੜ ਰੁਪਈਆ ਖਰਚਿਆ ਗਿਆ ਸੀਗਾ ਲਗਭਗ 5 ਸਾਲ ਪਹਿਲਾਂ, ਕਿਉਂਕਿ ਉਹ ਜਿੰਨੇ ਵੀ ਨਰਦਰਨ ਇੰਡੀਆ ਦੇ ਇਹ ਥਰਮਲ ਪਾਵਰ ਪਲਾਂਟ ਸੀਗੇ ਉਹਨਾਂ ਸਾਰਿਆਂ ਨੂੰ ਰੈਨੋਵੇਟ ਕੀਤਾ ਗਿਆ ਸੀ, ਔਰ ਹੁਣ ਉਹਨਾਂ ਦੋਵਾਂ ਯੂਨਿਟਸ ਦੀ ਜਿਹੜੀ ਮਿਆਦ ਆ ਉਹ 2030 ਤੱਕ ਹੈ। ਔਰ ਪਾਵਰਕੌਮ ਦੇ ਬੋਰਡ ਆਫ ਡਾਇਰੈਕਟਰ ਨੇ ਇਹ ਗੱਲ ਨੂੰ ਅਪਰੂਵ ਕੀਤਾ ਕਿ 60 ਮੈਗਾਵਾਟ ਦੇ ਜਿਹੜੇ 2 ਯੂਨਿਟ ਆ ਉਹਨਾਂ ਨੂੰ ਪਰਾਲੀ ਤੇ ਚਲਾਇਆ ਜਾਵੇ। ਉਹਦੇ ਨਾਲ ਲਗਭਗ ਅਗਰ ਮੇਰੇ ਖਿਆਲ ਮੈਂ ਗਲਤ ਨਹੀਂ ਤਾਂ 4 ਲੱਖ ਮੀਟ੍ਰਿਕ ਟਨ ਦੇ ਕਰੀਬ ਪਰਾਲੀ ਕੰਜ਼ਿਊਮ ਹੋਊਗੀ, ਔਰ ਜਿਹੜੀ ਇਲੈਕਟ੍ਰੀਸਿਟੀ ਆ ਉਹ ਵੀ 2 ਤੋਂ 3 ਰੁਪਏ ਯੂਨਿਟ ਸਾਨੂੰ ਪਊਗੀ, ਔਰ ਜਿਹੜਾ ਪੋਲਿਊਸ਼ਨ ਆ ਉਹ ਵੀ ਘਟੂਗਾ। ਔਰ ਖਜ਼ਾਨਾ ਮੰਤਰੀ ਨੇ ਉਹਨਾਂ ਸਾਰੀਆਂ ਗੱਲਾਂ ਨੂੰ ਛਿੱਕੇ ਟੰਗ ਕੇ, ਔਰ ਇਸ ਤੋਂ ਹੈਰਾਨੀ ਦੀ ਠਾਕੁਰ ਸਾਹਿਬ ਗੱਲ ਇਹ ਹੈ ਕਿ ਸਰਕਾਰ ਤੋਂ ਪਾਵਰਕੌਮ ਨੇ 1 ਰੁਪਈਆ ਵੀ ਨਹੀਂ ਲੈਣਾ ਸੀ। ਦਿਸ ਹੈਵ ਬੀਨ ਪਾਰਟਿਕੂਲਰਲੀ ਅਪਰੂਵਡ ਇਨ ਦਾ ਮੀਟਿੰਗਸ ਆਫ ਬੋਰਡ ਆਫ ਡਾਇਰੈਕਟਰ ਆਫ ਦਾ ਪਾਵਰਕੌਮ ਕਿ 300 ਕਰੋੜ ਰੁਪਈਆ ਦੇ 'ਤੇ ਖਰਚਾ ਹੋਣਾ, 150 ਕਰੋੜ ਪਰ 60 ਮੈਗਾਵਾਟ। ਉਹ ਅਸੀਂ ਸਾਰਾ ਕੁਝ ਬੀਅਰ ਕਰਾਂਗੇ, ਅਸੀਂ ਕਿਸੇ ਤੋਂ ਫਾਈਨਾਂਸ ਕਰਾਈਏ, ਅਸੀਂ ਕਿਤੋਂ ਕਰਜ਼ਾ ਲਈਏ। ਔਰ ਅੱਜ ਕੇਂਦਰ ਸਰਕਾਰ ਨੇ PMO ਆਫਿਸ ਨੇ ਇਹ ਗੱਲ ਅਪਰੂਵ ਕਰ ਲਈ ਹੈ ਕਿ ਹਾਂ ਅਸੀਂ
ਤੁਹਾਨੂੰ ਜਿਹੜਾ ਹੈਗਾ ਵਾ 2 ਕਰੋੜ ਮੇਰੇ ਖਿਆਲ ਪਰ ਯੂਨਿਟ ਸ਼ਾਇਦ ਇਹਨਾਂ ਨੇ ਡਿਮਾਂਡ ਕੀਤੀ ਹੈ, ਉਹ ਅਸੀਂ ਦੇਣ ਨੂੰ ਤਿਆਰ ਹਾਂ। ਔਰ ਤੁਸੀਂ ਇਹਨੂੰ ਜਿਹੜਾ ਬਾਇਓਮਾਸ ਤੇ ਚਲਾਓ, ਜਾਂ ਤੁਸੀਂ ਅਗਰ ਸੋਲਰ ਦੇ ਵਿੱਚ ਇਹਨੂੰ ਕਨਵਰਟ ਕਰਨਾ ਚਾਹੁੰਦੇ ਹੋ, ਈਵਨ ਦੈਨ ਵੀ ਆਰ ਰੈਡੀ ਫॉर दैट। ਹੁਣ ਜਿਹੜੇ ਉਹ ਮਿਸਟਰ ਬਲਵੰਤ ਗੋਇਲ ਨੇ ਸ਼ਾਇਦ ਉੱਥੇ, ਉਹਨਾਂ ਦੇ ਗਲੇ ਦੀ ਹੱਡੀ ਇਹ ਚੀਜ਼ ਬਣ ਗਿਆ ਕਿ ਅਗਰ ਉਹ PMO ਦੀਆਂ ਸਿਫਾਰਿਸ਼ਾਂ ਮੰਨਦੇ ਆ, ਗਵਰਨਮੈਂਟ ਆਫ ਪੰਜਾਬ ਨੂੰ ਬਾਈਪਾਸ ਕਰਕੇ ਚਿੱਠੀ ਭੇਜਦੇ ਆ, ਤਾਂ ਉਹਨਾਂ ਦੀ ਨੌਕਰੀ ਸਟੇਕ ਤੇ ਆ। ਉਹਨਾਂ ਨੇ ਹੁਣ ਇਹ ਲਿਖ ਕੇ ਭੇਜਣ ਦੀ ਫਰਾਕ 'ਚ ਨੇ ਕਿ ਠੀਕ ਆ ਜੀ, ਪੰਜਾਬ ਸਰਕਾਰ ਨੇ ਤਾਂ 2018 'ਚ ਹੀ ਇਹਨੂੰ ਬੰਦ ਕਰਤਾ ਸੀ, ਔਰ ਜ਼ਮੀਨ ਅਸੀਂ ਜਿਹੜੀ ਹੈਗੀ ਆ ਪੰਜਾਬ ਸਰਕਾਰ ਨੂੰ ਫਾਰਮਾਸਿਊਟੀਕਲ ਪਾਰਕ ਵਾਸਤੇ ਦੇ ਰਹੇ ਹਾਂ। ਵੀ ਕੋਈ ਇੱਕ ਤੁਸੀਂ ਨੁਕਤਾ, ਕੋਈ ਇੱਕ ਐਨੀ ਵਾਕ ਆਫ ਲਾਈਫ ਤੁਸੀਂ ਸ਼ੋਅ ਕੇ ਦੇਖ ਲਓ। ਮਾਈਨਿੰਗ ਦੀ ਗੱਲ ਕਰ ਲਓ, ਲਿਕਰ ਪਾਲਿਸੀ ਦੀ ਗੱਲ ਕਰ ਲਓ, ਨਵਜੋਤ ਸਿੰਘ ਸਿੱਧੂ ਹੋਰਾਂ ਨੇ ਤੁਸੀਂ ਲਿਕਰ ਪਾਲਿਸੀ ਦੀ ਤੁਸੀਂ ਗੱਲ ਕੀਤੀ ਹੈ, ਤੇ ਮੈਨੂੰ ਯਾਦ ਹੈ ਕੈਪਟਨ ਅਮਰਿੰਦਰ ਸਿੰਘ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਸੀ, ਤੰਦਰੁਸਤ ਪੰਜਾਬ। ਤੇ ਸਾਨੂੰ 2 ਮਹੀਨੇ ਪਹਿਲਾਂ ਹੀ ਪਤਾ ਲੱਗਾ ਪੰਜਾਬ ਤੰਦਰੁਸਤ ਠੇਕਿਆਂ ਦੇ ਰਾਹੀਂ ਹੋਣਾ ਹੈ, ਸ਼ਰਾਬ ਦੇ ਰਾਹੀਂ, ਕਿਉਂਕਿ ਸਭ ਤੋਂ ਪਹਿਲਾਂ ਲਾਕਡਾਊਨ ਦੇ ਵਿੱਚ ਠੇਕੇ ਖੋਲ੍ਹੇ ਗਏ। ਤੁਸੀਂ ਦੇਖੋ ਇਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਜਿਹੜੇ ਪਹਿਲੇ ਡੈਪੋ ਸੀਗੇ, ਪਹਿਲੇ ਬੜੀ ਸੀਗੇ, ਤੁਹਾਨੂੰ ਸ਼ਾਇਦ ਤੁਹਾਡੇ ਧਿਆਨ 'ਚ ਹੋਵੇ, ਇਹਨਾਂ ਨੇ 3-4 ਤਰ੍ਹਾਂ ਦੇ ਪ੍ਰੋਗਰਾਮ ਸ਼ੁਰੂ ਕੀਤੇ ਸੀ। ਡੈਪੋ, ਮਾਈ ਬਡੀ, ਆਈ ਐਮ ਯੂਅਰ ਬਡੀ, ਯੂ ਆਰ ਮਾਈ ਬਡੀ, ਔਰ ਤੀਸਰਾ ਜਿਹੜੇ ਇਹਨਾਂ ਨੇ ਓਟ ਕਲੀਨਿਕਸ ਖੋਲ੍ਹੇ, ਔਰ ਉਹਦੇ 'ਤੇ ਲੈਕਸ ਆਫ ਫੰਡਸ ਜਿਹੜੇ ਹੈਗੇ ਡਿਸਬਰਸ ਕਰ ਦਿੱਤੇ ਗਏ। ਔਰ ਹੁਣ ਜਦੋਂ ਕਰੋਨਾ ਦਾ ਕਾਲ ਹੈ, ਕਹਿੰਦੇ ਜੀ ਨਸ਼ੇ ਨੂੰ ਠੱਲ ਪੈ ਗਈ, ਔਰ ਬਰਾਬਰ ਦੇ ਸਰਦਾਰ ਬਲਵੀਰ ਸਿੰਘ ਸਿੱਧੂ ਇਹਨਾਂ ਦੇ ਸਿਹਤ ਮੰਤਰੀ, ਇਹ ਵੀ ਔਨ ਦਾ ਫੇਸ ਆਫ ਰਿਕਾਰਡ ਆ, ਅਖਬਾਰ 'ਚ ਉਹਨਾਂ ਨੇ ਜਿਹੜੀ ਸਟੇਟਮੈਂਟ ਦਿੱਤੀ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਓਟ ਕਲੀਨਿਕਸ ਦੇ ਵਿੱਚ ਉਹ ਜੀਭ ਥੱਲੇ ਰੱਖਣ ਵਾਲੀ ਜਿਹੜੀ ਦਵਾਈ SR ਦੀ ਗੋਲੀ ਸ਼ਾਇਦ ਉਹਨੂੰ ਬੋਲਦੇ ਆ ਜਾਂ ਕੋਈ ਹੋਰ, ਉਹ ਖਾਣ ਵਾਲਿਆਂ ਦੀ ਤਾਦਾਦ ਵੱਧ ਗਈ ਆ। ਔਰ ਅਸੀਂ ਗਵਾਹ ਆ ਤੁਹਾਡੇ ਸਾਹਮਣੇ, ਅਸੀਂ ਪੈਦਲ ਮਾਰਚ ਕੀਤਾ ਸੀ ਇਹਨਾਂ ਨਸ਼ਿਆਂ ਦੇ ਖਿਲਾਫ ਫਿਰੋਜ਼ਪੁਰ ਤੋਂ ਲੈ ਕੇ ਚੰਡੀਗੜ੍ਹ ਤੱਕ 225 ਕਿਲੋਮੀਟਰ। ਔਰ ਸਾਡਾ ਆਪਦਾ ਪਿੰਡ ਜਾਂ ਜਿਹੜੇ ਨੇੜੇ ਤੇੜੇ ਦੇ ਪਿੰਡ ਜਿੱਥੇ ਥੋੜ੍ਹਾ ਬਹੁਤ ਉਹਨਾਂ ਨੂੰ ਲੱਗਦਾ ਕਿ ਹਾਂ ਇਹ ਐਕਟਿਵ ਹੈਗੇ ਆ, ਬਾਕੀ ਤਮਾਮ ਇਲਾਕੇ ਦੇ ਵਿੱਚ ਔਰ ਥਰੂ ਆਊਟ ਦਾ ਪੰਜਾਬ ਤੁਸੀਂ ਕਿਤੇ ਮਰਜ਼ੀ ਚਲੇ ਜਾਓ, ਉਹ ਉਸੇ ਤਰ੍ਹਾਂ ਹੀ ਜਿਹੜਾ ਤਰਜੇ ਅਮਲ ਸਿਰਫ ਮਹਿੰਗਾ ਜ਼ਰੂਰ ਹੋ ਗਿਆ ਨਸ਼ਾ, ਕਿ ਅਗਰ ਕੋਈ ਕਿਸੇ ਨਸ਼ਈ ਦਾ ਅਮਲੀ ਦਾ 200 ਰੁਪਈਏ ਨਾਲ ਗੁਜ਼ਾਰਾ ਹੁੰਦਾ ਸੀ ਤਾਂ ਉਹਨੂੰ ਹੁਣ 500 ਰੁਪਈਆ ਖਰਚਣਾ ਪੈਂਦਾ। ਬਾਕੀ ਇਹਨਾਂ ਦੇ ਓਟ ਕਲੀਨਿਕ, ਇਹਨਾਂ ਦਾ ਡੈਪੋ ਪ੍ਰੋਗਰਾਮ ਬੜੀ, ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਬੁੱਤ ਦੇ ਹੇਠਾਂ ਖੜ੍ਹ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਸੀਗਾ ਕਿ ਮੈਂ ਜਿਹੜਾ ਪਹਿਲਾ ਡੈਪੋ ਆ ਪੰਜਾਬ ਦਾ ਡਰੱਗ ਦੇ ਅਗੇਂਸਟ, ਜਿਹੜੇ ਉਹ ਮਤਲਬ ਇੱਕ ਪ੍ਰੀਵੈਂਟਿਵ ਫੌਜ ਇਹਨਾਂ ਨੇ ਖੜੀ ਕੀਤੀ ਸੀ, ਪਰ ਉਹਦਾ ਫਾਇਦਾ ਜਿਹੜਾ ਹੈਗਾ ਬਿਲਕੁਲ 0 ਨਤੀਜਾ ਹੈ ਹਲੇ ਤੱਕ। ਉਹ ਸਹੁੰ ਜਿਹੜੀ ਹੈਗੀ ਉਹਦਾ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਜਾ ਕੇ ਇਹਨਾਂ ਨੂੰ ਲੇਖਾ ਦੇਣਾ ਪਏਗਾ। ਇੱਥੋਂ ਤੋਂ ਸ਼ਾਇਦ ਇਹ ਛੁੱਟ ਜਾਣ, ਪਰ ਜਿਹੜਾ ਉਹ ਮੁਕੱਦਸ ਗੁਰੂ ਸਾਹਿਬ ਦਾ ਗੁਟਕਾ ਇਹਨਾਂ ਨੇ ਹੱਥ 'ਚ ਫੜ ਕੇ ਲੋਕਾਂ ਦੇ ਨਾਲ, ਆਵਾਮ ਦੇ ਨਾਲ ਵਾਅਦਾ ਕੀਤਾ ਸੀਗਾ, ਚਾਹੇ ਆਪ ਕੀਤਾ, ਚਾਹੇ ਪ੍ਰਸ਼ਾਂਤ ਕਿਸ਼ੋਰ ਸਾਹਿਬ ਦੇ ਕਹਿਣ 'ਤੇ ਕੀਤਾ, ਉਹਦੇ ਔਰ ਜਿਹੜੀ ਮੰਡਲੀ ਇਹਨਾਂ ਦੇ ਆਲੇ ਦੁਆਲੇ ਪਿੱਛੇ ਖੜੀ ਆ, ਉਹਨਾਂ ਸਾਰਿਆਂ ਨੂੰ ਦੇ ਹੈਵ ਟੂ ਫੇਸ ਦਾ ਮਿਊਜ਼ਿਕ, ਉਸ ਵਾਹਿਗੁਰੂ ਦੀ ਕਚਹਿਰੀ 'ਚ ਜਵਾਬ ਦੇਣਾ ਪਏਗਾ। ਬਿਲਕੁਲ। ਤੇ ਬਾਕੀ ਗੱਲਾਂ ਹੋਈਆਂ ਸਿਆਸਤ ਬਾਰੇ, ਤੁਸੀਂ ਕੀ ਸੋਚਦੇ ਹੋ? ਜੋ ਹਾਲਾਤ ਹੁਣ ਬਣੇ ਹੋਏ ਨੇ, ਇੱਕ ਤੀਜੇ ਪੰਥਕ ਧਿਰ ਦੀ ਇੱਕ ਮੈਂ ਕਹਾਂਗਾ ਜੱਦੋ ਜਹਿਦ ਚੱਲੀ ਹੈ, ਚਾਹੇ ਉਹ ਪਰਮਿੰਦਰ ਸਿੰਘ ਢੀਂਡਸਾ ਦੇ ਪਿੰਡ ਉਹ ਹੋਣ ਜਾਂ ਉਹਨਾਂ ਦੇ ਫਾਦਰ ਸਾਹਿਬ ਹੋਣ ਸੁਖਦੇਵ ਸਿੰਘ ਢੀਂਡਸਾ, ਚਾਹੇ ਬ੍ਰਹਮਪੁਰਾ ਸਾਹਿਬ ਹੋਣ, ਚਾਹੇ ਇੱਕ ਹੋਰ ਫਰੰਟ ਉੱਠਿਆ ਹੈ ਸ਼ੇਰੇ ਪੰਜਾਬ ਵਿਕਾਸ ਪਾਰਟੀ ਕੈਪਟਨ ਚੰਨਨ ਸਿੰਘ ਸਿੱਧੂ ਹੋਣਾ ਦਾ। ਤੇ ਸੁਣਨ 'ਚ ਇਹ ਵੀ ਆ ਰਿਹਾ ਕਿ ਕੁਝ ਹੋਰ ਸੂਝਵਾਨ ਲੋਕ ਵੀ ਨੇ ਜੋ ਹੁਣ ਚਾਹ ਰਹੇ ਨੇ ਕਿ 2022 ਦੇ ਵਿੱਚ ਤੀਜਾ ਫਰੰਟ ਬਣਾਇਆ ਜਾਵੇ, ਪਰ ਇਕੱਠਾ ਕੋਈ ਨਹੀਂ ਹੁੰਦਾ। ਦੇਖੋ, ਬਦਲਾਅ ਦੀ ਲੋੜ ਤਾਂ ਹਮੇਸ਼ਾ ਤੋਂ ਹੀ ਰਹੀ ਹੈ, ਐਂਡ ਜਿਹੜੀ ਸਭ ਤੋਂ ਕਨਸਟੈਂਟ ਚੀਜ਼ ਚੇਂਜ ਇਸ ਦਾ ਰੂਲ ਆਫ ਨੇਚਰ ਕਿਹਾ ਜਾਂਦਾ, ਔਰ ਉਹਦੇ ਲਈ ਸਪੇਸ ਵੀ ਹੈ। ਦੇਰ ਇਜ਼ ਅ ਹਿਊਜ ਵੈਕਿਊਮ ਇਨ ਪੰਜਾਬ ਪੋਲੀਟਿਕਸ ਯੂਥ ਵਾਸਤੇ, ਜਾਂ ਬਦਲਾਅ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ। ਪਰ ਜਿਹਨਾਂ ਲੋਕਾਂ ਦੇ ਤੁਸੀਂ ਨਾਮ ਲਏ ਆ, ਮੈਂ ਰੋਜ਼ ਆਪਾਂ ਅਖਬਾਰਾਂ 'ਚ ਪੜ੍ਹਦੇ ਹਾਂ ਕਿ ਸਾਡਾ ਹੁਣ ਜ਼ਮੀਰ ਜਾਗ ਪਿਆ, ਜਾਂ ਸਰਦਾਰ ਸੁਖਬੀਰ ਸਿੰਘ ਬਾਦਲ ਆਪਣੇ ਅਸੂਲਾਂ ਤੋਂ ਭਟਕ ਗਏ। ਤੁਸੀਂ ਆਪਦੀ ਜ਼ਿੰਦਗੀ ਦਾ ਇੱਕ ਟੋਟਾ, ਇੱਕ ਅਰਸਾ ਜਿਹੜਾ ਹੈਗਾ ਉਸ ਪਾਰਟੀ ਨੂੰ ਦਿੱਤਾ, ਔਰ ਹੁਣ ਆਲ ਆਫ ਸਡਨ ਜਾਂ ਹੋਵੇ ਨਾ, ਜਿਵੇਂ ਬਹੁਤ ਸਾਰੇ ਇਹੋ ਜਿਹੇ ਲੀਡਰ ਹੈਗੇ ਜਿਹੜੇ ਪਾਰਟੀ ਦੇ ਵਿੱਚ ਰਹਿ ਕੇ ਵੀ ਆਵਾਜ਼ ਬੁਲੰਦ ਕਰਦੇ ਰਹਿੰਦੇ ਆ, ਔਰ ਉਹਨਾਂ ਦੀ ਇੱਕ ਸੁਭਾਅ ਦੀ ਜਾਂ ਉਹਨਾਂ ਦੇ ਕੰਮ ਕਰਨ ਦੀ ਇੱਕ ਤਾਸੀਰ ਹੁੰਦੀ ਹੈ ਜਿਹੜੀ ਐਵੀਡੈਂਟ ਤੁਹਾਡੇ ਬਿਹੇਵੀਅਰ ਦੀ ਹੁੰਦੀ ਵੀ ਹਾਂ ਇਹ ਬੰਦਾ ਹਮੇਸ਼ਾ ਗਲਤ ਦੇ ਖਿਲਾਫ ਚਾਹੇ ਪਾਰਟੀ ਪਲੇਟਫਾਰਮ 'ਤੇ ਆਵਾਜ਼ ਉਠਾਉਂਦਾ ਰਿਹਾ ਵਾ। ਸੋ ਇਹਨਾਂ ਲੋਕਾਂ ਤੋਂ ਮੈਨੂੰ ਕੋਈ ਉਮੀਦ ਨਜ਼ਰ ਨਹੀਂ ਆਉਂਦੀ। ਹਾਂ, ਕੋਈ ਤੀਸਰਾ ਜਿਹੜਾ ਬਦਲ ਹੈਗਾ, ਜਾਂ ਜਿਵੇਂ ਆਮ ਆਦਮੀ ਪਾਰਟੀ ਇੱਕ ਲੋਕਾਂ ਦੇ ਕੋਲ ਇੱਕ ਅੱਛਾ ਅਲਟਰਨੇਟਿਵ ਸੀ ਔਰ ਰੇ ਆਫ ਹੋਪ ਸੀਗੀ, ਉਹਨਾਂ ਤੋਂ ਵੀ ਇੱਕ ਉਮੀਦ ਦੁਬਾਰਾ, ਕਿਉਂਕਿ ਉਹਨਾਂ ਕੋਲ ਇੱਕ ਸਟਰਕਚਰ ਹੈ, ਇੱਕ ਢਾਂਚਾ ਹੈਗਾ ਸੈਟਲਡ ਜਿਹੜਾ, ਕਿਉਂਕਿ ਹੁਣ ਜਸਟ 1.5 ਸਾਲ ਬਚਿਆ। ਔਰ ਸਰਦਾਰਾ ਸਿੰਘ ਜੌਹਲ ਹੋਰਾਂ ਨੇ ਵੀ ਇੱਕ ਲੋਕ ਅਧਿਕਾਰ ਲਹਿਰ ਚਲਾਈ ਹੋਈ ਹੈ, ਔਰ ਜਿਵੇਂ ਤੁਸੀਂ ਸਰਦਾਰ ਚੰਨਨ ਸਿੰਘ ਹੋਰਾਂ ਦੀ ਗੱਲ ਕੀਤੀ ਜਾਂ ਹੋਰ ਪੰਥਕ ਧਿਰਾਂ ਨੇ, ਪਰ ਇੱਕ ਸਟਰਕਚਰ, ਇੱਕ ਢਾਂਚਾ। ਅਕਾਲੀ ਦਲ ਦੀ ਸਟਰੈਂਥ ਕੀ ਆ? ਹੁਣ ਵੀ ਉਹ ਪੰਜਾਬੀ ਜਿਹਨੂੰ ਕਹਿ ਲਓ ਪੱਟਾਂ 'ਤੇ ਥਾਪੀਆਂ ਮਾਰਦੇ ਫਿਰਦੇ ਆ, ਬੜਕਾਂ ਮਾਰਦੇ ਆ, ਹਾਲਾਂਕਿ ਬਿਲਕੁਲ ਨੁੱਕਰੇ ਲੱਗੇ ਪਿਆ ਪੰਜਾਬੀ ਜਿਹਨੂੰ ਕਹਿ ਲਓ, ਪਰ ਫਿਰ ਵੀ ਕਿਉਂਕਿ ਉਹਨਾਂ ਕੋਲ ਇੱਕ ਆਰਡਰ ਆ। ਸੋ ਇਨ ਦਾ ਫਾਰਮ ਆਫ ਆਮ ਆਦਮੀ ਪਾਰਟੀ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਇੱਕ ਥਰਡ ਅਲਟਰਨੇਟਿਵ, ਜਾਂ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੇ ਜਿਹੜਾ ਦਿੱਲੀ ਦੇ ਵਿੱਚ ਉਹਨਾਂ ਦੀ ਕਾਰਕਰਦਗੀ ਰਹੀ ਹੈ ਪਿਛਲੀਆਂ ਦੋਨਾਂ ਟੈਨਿਓਰਸ ਦੇ ਵਿੱਚ,
ਕਿਉਂਕਿ 3 ਮੇਜਰ ਸੈਕਟਰ ਹੈਗੇ ਆ ਜਿਹਦੇ 'ਚ ਐਜੂਕੇਸ਼ਨ, ਕਮਿਊਨੀਕੇਸ਼ਨ ਔਰ ਤੀਸਰਾ ਹੈਲਥ। ਕਮਿਊਨੀਕੇਸ਼ਨ ਪੰਜਾਬ ਦਾ ਜਿਹੜਾ ਰੋਡ ਟਰਾਂਸਪੋਰਟੇਸ਼ਨ ਦਾ ਨੈਟਵਰਕ ਹੈ ਉਹ ਅੱਗੇ ਨਾਲੋਂ ਕਾਫੀ ਇੰਪਰੂਵਡ ਆ, ਔਰ ਪੰਜਾਬ ਦਾ ਜਿਹੜਾ ਰੂਰਲ 62,242 ਕਿਲੋਮੀਟਰ ਜਿਹੜੀਆਂ ਨੈਟਵਰਕ ਸੜਕਾਂ ਹੈਗੀਆਂ ਉਹ ਵੀ ਠੀਕ ਨੇ, ਸਟੇਟ ਹਾਈਵੇਜ਼ ਵੀ। ਜਿਹੜੇ ਦੂਸਰੇ ਦੋਨੋਂ ਸੈਕਟਰ ਨੇ ਐਜੂਕੇਸ਼ਨ ਔਰ ਹੈਲਥ ਦੋਨੋਂ ਹੀ ਫ੍ਰੀ ਹੋਣੇ ਚਾਹੀਦੇ ਆ। ਔਰ ਤੀਸਰਾ ਟਰਾਂਸਪੋਰਟੇਸ਼ਨ ਦਾ, ਦੋਨਾਂ ਦਾ ਹੀ ਟਰਾਂਸਪੋਰਟੇਸ਼ਨ ਨੂੰ ਜੀ ਤੁਸੀਂ ਛੱਡ ਵੀ ਦਿਓ, ਕਿਉਂਕਿ ਉਹਦੇ 'ਚ ਹੁਣ ਇਸ ਹਿਸਾਬ ਨਾਲ ਗਲਬਾ ਬਣ ਗਿਆ ਪ੍ਰਾਈਵੇਟ ਲੋਕਾਂ ਦਾ। ਅਗਰ ਤੁਸੀਂ ਉਹਨੂੰ ਇੱਕੋ ਦਮ ਇਨਫਿਲਟਰੇਟ ਕਰਨ ਦੀ ਕੋਸ਼ਿਸ਼ ਕਰੋਗੇ ਤਾਂ ਕੋਰਟਸ ਬੈਠੀਆਂ ਹੈਗੀਆਂ। ਦੂਜੇ ਦੋਨੋਂ ਜਿਹੜੇ ਇਹ ਮਜ਼ਮੂਨ ਹੈਗੇ ਆ ਉਹਨਾਂ ਦੇ ਉੱਪਰ ਵੱਡਾ ਕੰਮ ਹੋਣਾ ਚਾਹੀਦਾ, ਔਰ ਉਹਨਾਂ ਨੇ ਦਿੱਲੀ ਦੇ ਵਿੱਚ ਕੰਮ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ। ਤਾਂ ਮੈਨੂੰ ਮੇਰਾ ਨਿੱਜੀ ਤੌਰ 'ਤੇ ਮੰਨਣਾ ਕਿ ਕਿਤੇ ਨਾ ਕਿਤੇ ਉਹਨਾਂ ਤੋਂ ਉਮੀਦ ਕੀਤੀ ਜਾ ਸਕਦੀ। ਤੁਸੀਂ ਕਿਹਾ ਕਿ ਤੁਸੀਂ ਪਹਿਲਾਂ ਕਿਹਾ ਵੀ ਫ੍ਰੀ ਦੀ ਚੀਜ਼ ਕੋਈ ਨਹੀਂ ਚਾਹੀਦੀ, ਤੁਸੀਂ ਹੁਣ ਕਿ ਐਜੂਕੇਸ਼ਨ ਤੇ ਹੈਲਥ ਫ੍ਰੀ ਹੋਣੀ ਚਾਹੀਦੀ ਹੈ। ਤੁਹਾਡਾ ਕਹਿਣ ਦਾ ਭਾਵ ਕਿਤੇ ਇੱਦਾਂ ਤਾਂ ਨਹੀਂ ਵੀ ਜਿੱਦਾਂ ਫ੍ਰੀ ਮੋਬਾਈਲ ਹੋ ਗਿਆ ਜਾਂ ਹੋਰ ਚੀਜ਼ਾਂ ਦੇ ਲਾਰੇ ਲਾ ਜਾਂਦੇ, ਉਹਦੇ ਨਾਲੋਂ ਫ੍ਰੀ ਦੀ ਸਿੱਖਿਆ ਤੇ ਫ੍ਰੀ ਦੀ ਸਿਹਤ ਉਹ ਜ਼ਰੂਰੀ ਹੈ। ਬਿਲਕੁਲ। ਅਸਲ 'ਚ ਕੀ ਹੈ ਨਾ, ਸਾਰੇ ਸਿਸਟਮ ਦੀ ਓਵਰਹੋਲਿੰਗ ਹੋਣ ਵਾਲੀ ਹੈ। ਅਸੀਂ ਹੁਣੇ ਮੈਕਸ ਹਸਪੀਟਲ ਤੋਂ ਆ ਰਹੇ ਹਾਂ। ਇੱਕ 12 ਸਾਲ ਦਾ ਬੱਚਾ, ਉਹਦਾ ਐਂਟੀਬਾਡੀਜ਼ ਜਿਹੜੇ ਹੈਗੇ ਬਹੁਤ ਐਕਸੈਸ 'ਚ ਚਲੇ ਗਏ, ਔਰ ਉਹਦੀ ਕਿਡਨੀ ਨੂੰ ਉਹਨਾਂ ਨੇ ਅਫੈਕਟ ਕੀਤਾ। ਤਾਂ ਉੱਥੇ ਵੀ ਅਸੀਂ ਇਹ ਨੁਕਤਾ ਵਿਚਾਰ ਰਹੇ ਸੀਗੇ ਕਿ ਐਕਚੁਅਲ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਤਾਰਾਂ ਇੱਕ ਦੂਜੀ ਨਾਲ ਜੁੜੀਆਂ ਹੋਈਆਂ, ਔਰ ਜਿਹੜਾ ਲੋਕ ਜਿਵੇਂ ਸਾਡੀ ਸੱਭਿਆਚਾਰਕ ਪਾਲਿਸੀ ਨੂੰ ਲੈ ਕੇ ਸੈਂਸਰ ਬੋਰਡ ਦੀ ਗੱਲ ਕਰਦੇ ਆ। ਮਨਪ੍ਰੀਤ ਟਵਾਣਾ ਨੇ, ਬੜੇ ਜ਼ਹੀਨ ਲੇਖਕ ਨੇ, ਪੰਜਾਬੀ ਗੀਤਕਾਰ, ਉਹ ਸਾਡੇ ਵੱਡੇ ਭਰਾ ਨੇ, ਬੜੀ ਵਧੀਆ ਗੱਲ ਕਰਦੇ ਹੁੰਦੇ। ਜਿਹੜਾ ਸੈਂਸਰ ਬੰਦੇ ਦੇ ਅੰਦਰ ਲੱਗਾ ਨਾ, ਐਕਚੁਅਲੀ ਜਿੰਨੀ ਦੇਰ ਤੱਕ ਉਹ ਨਹੀਂ ਬੋਲਦਾ, ਉਹ ਸੈਂਸਰ ਬੋਲਣ ਦੀ ਜ਼ਰੂਰਤ ਹੈ। ਚਾਹੇ ਅਸੀਂ ਵਾਤਾਵਰਣ ਦੀ ਗੱਲ ਕਰੀਏ, ਚਾਹੇ ਜਿਹੜਾ ਤੁਸੀਂ ਸਵਾਲ ਕੀਤਾ ਕਿ ਫ੍ਰੀ ਦੀਆਂ ਚੀਜ਼ਾਂ ਦੀ, ਆਲ ਦੀਜ਼ ਥਿੰਗਸ ਆਰ ਇੰਟਰਲਿੰਕਡ। ਕਿ ਅਗਰ ਸਾਡਾ ਜਿਹੜਾ ਪੋਲੀਟੀਕਲ ਸਿਸਟਮ ਸਿਨਾਰੀਓ ਜਿਹੜਾ ਸਾਰਾ ਸੁਧਰ ਜਾਏਗਾ ਤਾਂ ਉਹਦੇ ਨਾਲ ਅਗਰ ਟੈਕਸਿਸ ਘੱਟ ਹੋਣਗੇ। ਹੁਣ ਤੁਸੀਂ ਕਿਹਾ ਤਾਂ ਜੀ ਅਸੀਂ 18% ਜਾਂ 30% ਟੈਕਸ ਲੈਣਾ। ਜਿਹੜਾ ਕੋਈ ਵਿਚਾਰਾ ਰੋਜ਼ਗਾਰ ਜਿਹਦਾ ਹੈਗਾ, ਕੋਈ ਦੁਕਾਨਦਾਰ ਹੈ ਜਾਂ ਕੋਈ ਵਪਾਰੀ ਆਦਮੀ ਆ, ਉਹ ਕਹਿੰਦਾ ਜੀ ਫਿਰ ਮੈਂ 30% ਤਾਂ ਦੇ ਨਹੀਂ ਸਕਦਾ, ਮੈਂ ਅਫਸਰ ਦੀ ਜੇਬ 'ਚ 10% ਪਾ ਕੇ ਤੇ 8% ਸਰਕਾਰ ਨੂੰ ਦਊਂਗਾ, 10% ਦੀ ਕੁੰਡੀ ਲਾਊਂਗਾ। ਤਾਂ ਉਵੇਂ ਹੀ ਅਗਰ ਸਾਰਾ ਓਵਰਹੋਲਿੰਗ ਹੋਵੇ, ਸਾਰੀਆਂ ਚੀਜ਼ਾਂ ਦੇ ਉੱਪਰ ਕੰਮ ਕੀਤਾ ਜਾਵੇ। ਔਰ ਜਿਹੜੀਆਂ ਇਹ ਦੋ ਚੀਜ਼ਾਂ ਬੇਸਿਕਲੀ ਅਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਹੁੰਦੇ ਸੀ ਮੈਂ ਪੰਜਾਬ ਨੂੰ ਕੈਲੀਫੋਰਨੀਆ ਬਣਾਉਣਾ, ਮੈਂ ਸਰਪਲਸ ਪਾਵਰ ਸਟੇਟ ਬਣਾਉਣਾ, ਉਹਨਾਂ ਦੀ ਉਹ ਸਰਪਲਸ ਵਾਲੀ ਦਾ ਹੀ ਅਸੀਂ ਹੁਣ ਭੁਗਤ ਰਹੇ ਹਾਂ। ਜਿਹੜਾ 11 ਰੁਪਏ ਯੂਨਿਟ ਸਾਨੂੰ ਪੈਂਦੀ ਹੈ 200 ਤੋਂ ਉੱਪਰ ਹੋ ਕੇ, ਕਿ ਵਿਦਆਊਟ ਹੈਵਿੰਗ ਐਨੀ ਪਾਲਿਸੀ ਤੁਸੀਂ ਜਿਹੜੀਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੋ। ਤਾਂ ਅਗਰ ਅਸੀਂ ਉਹਨਾਂ ਦੀ ਜਿਹੜੇ ਡਿਵੈਲਪਡ ਕੰਟਰੀਜ਼ ਹੈ ਉਹਨਾਂ ਦੀ ਰੀਸ ਕਰਨੀ ਹੈ ਤਾਂ ਉੱਥੇ ਬੇਸਿਕਲੀ ਇਹ ਜਿਹੜੀਆਂ ਚੀਜ਼ਾਂ ਹੈਲਥ ਔਰ ਐਜੂਕੇਸ਼ਨ ਪ੍ਰਾਇਰਟੀਜ਼ ਹੈਗੀਆਂ, ਔਰ ਪਹਿਲੇ ਨੰਬਰ ਦੇ ਉੱਪਰ ਇਹ ਫ੍ਰੀ ਨੇ। ਜਿਹੜੇ ਪ੍ਰੋਡਕਟਸ ਹੈ ਉਹ ਕਦੇ ਫ੍ਰੀ ਨਹੀਂ ਹੋਣੇ ਚਾਹੀਦੇ ਕਿ ਤੁਹਾਨੂੰ ਮੋਬਾਈਲ ਦੇ ਦਿਆਂਗੇ, ਤੁਹਾਨੂੰ ਆਟਾ ਦੇ ਦਿਆਂਗੇ, ਤੁਹਾਨੂੰ ਸਕੂਟਰ ਦੇ ਦਿਆਂਗੇ, ਰੋਜ਼ਗਾਰ ਦੋ ਬੰਦੇ ਆਪ ਕਮਾਉਣਗੇ। ਐਗਜ਼ੈਕਟਲੀ, ਕਿ ਤੁਸੀਂ ਉਹਨਾਂ ਨੂੰ ਕਾਬਲ ਬਣਾਓ। ਔਰ ਇਹਨਾਂ ਦੀ ਜਿਹੜੀ ਹੁਣ ਤੱਕ ਦੀ ਪਿਛਲੇ 70 ਸਾਲ ਦੀ ਪੋਲਿਟਿਕਸ ਇਹੀ ਰਹੀ ਹੈ ਕਿ ਅਗਰ ਲੋਕ ਜਿਹੜੇ ਹੈਗੇ ਆ ਇਹ ਕਾਬਲ ਹੋ ਗਏ, ਇਹਨਾਂ ਦੀ ਜ਼ਹਿਨੀਅਤ ਜਿਹੜੀ ਹੈਗੀ ਆ ਉਹ ਉੱਪਰ ਉੱਠ ਗਈ, ਔਰ ਇਹਨਾਂ ਨੂੰ ਸਮਝ ਆ ਗਿਆ। ਇਹ ਉਹ ਕਹਿੰਦੇ ਕਿ ਤੁਸੀਂ ਸਿਰਫ ਰੋਟੀ ਦੇ ਵਿੱਚ ਹੀ ਜਿਹੜਾ ਆਪਣੇ ਰੋਜ਼ਮਰਾ ਦੀਆਂ ਲੋੜਾਂ ਦੇ ਨਾਲ 2-4 ਹੁੰਦੇ ਰਹੋ, ਔਰ ਨਿੱਕੇ ਨਿੱਕੇ ਤੁਹਾਡੇ ਜਿਹੜੇ ਮਫਾਦ ਆ ਉਹਨਾਂ ਖਾਤਰ ਤੁਸੀਂ ਲੜਦੇ ਰਹੋ, ਔਰ ਅਸੀਂ ਤੁਹਾਨੂੰ ਇੱਕ ਲੋਲੀਪੌਪ ਦੇ ਕੇ ਵਰਚਾਈ ਰੱਖੀਏ। ਇਹੀ ਹੁੰਦਾ ਆ ਰਿਹਾ ਹੁਣ ਤੱਕ। ਬਿਲਕੁਲ, ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਹੁਤ ਬਹੁਤ ਧੰਨਵਾਦ ਤੁਹਾਡਾ। ਤਾਂ ਐਡਵੋਕੇਟ ਮਨਜਿੰਦਰ ਸਿੰਘ ਭੁੱਲਰ, ਬੇਸ਼ੱਕ ਗੱਲਾਂ ਤੁਹਾਨੂੰ ਨਹੀਂ ਆ ਕਈਆਂ ਨੂੰ ਕੌੜੀਆਂ ਲੱਗਣਗੀਆਂ, ਪਰ ਸਿਆਣੇ ਕਹਿੰਦੇ ਨੇ ਕਿ ਸੱਚ ਕੌੜਾ ਹੀ ਹੁੰਦਾ। ਹੁਣ ਜਿਵੇਂ ਮਨਜਿੰਦਰ ਜੀ ਨੇ ਵੀ ਕਿਹਾ ਕਿ ਬੇਸ਼ੱਕ ਲੋਕਾਂ ਨੂੰ ਤੁਸੀਂ ਬੇਵਕੂਫ ਬਣਾ ਲਓ, ਪਰ ਉਸ ਵਾਹਿਗੁਰੂ ਦੀ ਕਚਹਿਰੀ ਦੇ ਵਿੱਚ ਤਾਂ ਹਿਸਾਬ ਸਾਰਾ, ਲੇਖਾ ਸਾਰਾ ਦੇਣਾ ਹੀ ਪਏਗਾ। ਕੈਮਰਾ ਪਰਸਨ ਮਨੋਜ ਦੇ ਨਾਲ ਠਾਕੁਰ ਅਮਨਦੀਪ ਸਿੰਘ, ਦ ਖਬਰਸਾਰ, ਮੋਹਾਲੀ।